ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ। ਗੱਲਬਾਤ ਕਰਾਂਗੇ ਕਿ ਅੱਜ ਸਵੇਰ ਤੋਂ ਹੀ ਜਾਂ ਆਪਾਂ ਕੱਲ ਤੋਂ ਹੀ ਕਹਿ ਲਈਏ ਜੇ ਕਿ ਚਰਚਾਵਾਂ ਨੇ ਕਿ ਕਾਂਗਰਸ ਹਾਈ ਕਮਾਨ ਨੇ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਕਰ ਲਿਆ ਗਿਆ ਹੈ ਤੇ ਕਾਂਗਰਸ ਹਾਈ ਕਮਾਨ ਦੇ ਵੱਲੋਂ ਸੀਐਮ ਫੇਸ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਕਿਸੇ ਵੀ ਵੇਲੇ ਐਲਾਨਿਆ ਜਾ ਸਕਦਾ। ਇਹ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ, ਪਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਕਾਂਗਰਸ ਹਾਈ ਕਮਾਨ ਦੇ ਵੱਲੋਂ ਕੀ ਫੈਸਲਾ ਕੀਤਾ ਗਿਆ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ, ਤੇ ਚੰਨੀ ਅਤੇ ਸਿੱਧੂ ਦੇ ਵਿੱਚੋਂ ਕਿਹੜਾ ਸੀਐਮ ਚਿਹਰਾ ਹੋਊਗਾ ਕਾਂਗਰਸ ਦਾ ਤੇ ਕਿਹੜਾ ਕਾਂਗਰਸ ਨੂੰ ਜਿੱਤ ਦਿਵਾ ਸਕਦਾ ਹੈ ਤੇ ਕਾਂਗਰਸ ਹਾਈ ਕਮਾਨ ਕਿਹਨੂੰ ਚਾਹੁੰਦੀ ਹੈ ਮੁੱਖ ਮੰਤਰੀ ਬਣਾਉਣਾ ਚੰਨੀ ਤੇ ਸਿੱਧੂ ਤੋਂ। ਇਸ ਪ੍ਰੋਗਰਾਮ ਦੇ ਵਿੱਚ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਾਂਗਰਸ ਦੀ ਬਗਾਵਤ ਨੂੰ ਵੀ ਲੈ ਕੇ, ਕਿੱਥੇ ਕਿੱਥੇ ਬਗਾਵਤ ਹੋਈ ਹੈ, ਕਿੰਨਾ ਕੁ ਨੁਕਸਾਨ ਹੋਊਗਾ ਜਿਹੜਾ ਹੈਗਾ ਬਗਾਵਤ ਦਾ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਦਰਸ਼ਕਾਂ ਨੂੰ ਮਾਫੀ ਚਾਹੁੰਦੇ ਹਾਂ ਕਿ ਦਰਸ਼ਕ ਬਹੁਤ ਸਾਰੇ ਲਗਾਤਾਰ ਮੈਨੂੰ ਵੀ ਫੋਨ ਕਰ ਰਹੇ ਸੀ ਕਿ ਭਾਈ ਤੁਸੀਂ ਪ੍ਰੋਗਰਾਮ ਜਿਹੜੇ ਆ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਗੈਸਟ ਦੇ ਨਾਲ, ਸਾਡੇ ਮਾਹਿਰਾਂ ਦੇ ਨਾਲ ਤੁਸੀਂ ਆਪ ਪ੍ਰੋਗਰਾਮ ਜਿਹੜਾ ਉਹ ਕਰਿਆ ਕਰੋ। ਪਰ ਤੁਹਾਨੂੰ ਵੀ ਪਤਾ ਮਜਬੂਰੀ ਹੈ ਕਿ ਇਲੈਕਸ਼ਨਾਂ ਦਾ ਟਾਈਮ ਹੈ ਕਿ ਬਾਹਰਲੇ ਲੀਡਰਾਂ ਦੀਆਂ ਇੰਟਰਵਿਊਜ਼, ਲੀਡਰ ਕੀ ਚਾਹੁੰਦੇ ਨੇ, ਲੀਡਰ ਕੀ ਸੋਚਦੇ ਨੇ, ਉਹਨਾਂ ਦੀਆਂ ਗੱਲਾਂ ਵੀ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਹੈ। ਇਸ ਲਈ ਮੈਂ ਪਿਛਲੇ ਮਹੀਨੇ ਦੇ ਵਿੱਚ ਬਹੁਤ ਸਾਰੇ, ਜਾਂ ਆਪਾਂ ਇਸ ਮਹੀਨੇ ਕਿਉਂਕਿ ਅੱਜ 31 ਤਰੀਕ ਹੈ, ਇਸ ਮਹੀਨੇ ਦੇ ਵਿੱਚ ਪ੍ਰੋਗਰਾਮ ਬਹੁਤ ਘੱਟ ਕਰ ਸਕਿਆ। ਪਰ ਮੈਂ ਨਾਲ ਦੀ ਨਾਲ ਇਹ ਵੀ ਕਹਿਣਾ ਕਿ ਜਿਹੜੇ ਬਾਹਰਲੀਆਂ ਇੰਟਰਵਿਊਜ਼ ਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਸਵੇਰ ਅਤੇ ਸ਼ਾਮ ਦਾ ਪ੍ਰੋਗਰਾਮ ਮੈਂ ਖੁਦ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਿਆ ਕਰੂੰਗਾ। ਸਵੇਰ ਦਾ ਪ੍ਰੋਗਰਾਮ ਵੀ ਤੇ ਸ਼ਾਮ ਦਾ ਪ੍ਰਾਈਮ ਮੁੱਦਾ ਜਿਹੜਾ ਉਹ ਖੁਦ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਿਆ ਕਰੂੰਗਾ। ਕੋਸ਼ਿਸ਼ ਨਹੀਂ, ਕਰਿਆ ਹੀ ਕਰਾਂਗੇ ਤਕਰੀਬਨ। ਤਾਂ ਬਾਹਰਲੀਆਂ ਵੀ ਖਬਰਾਂ ਜਿਹੜੀਆਂ ਤੁਹਾਡੇ ਤੱਕ ਜ਼ਰੂਰ ਪਹੁੰਚਣ, ਲੀਡਰ ਕੀ ਕਹਿੰਦੇ ਨੇ ਉਹ ਜ਼ਰੂਰ ਪਹੁੰਚਣ। ਉਧਰ ਵੀ ਤੁਹਾਨੂੰ ਪਤਾ ਕਿ ਇਹਨਾਂ ਦਿਨਾਂ ਦੇ ਵਿੱਚ ਜਾਣਾ ਜ਼ਰੂਰੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ। ਜਿਸ ਤਰੀਕੇ ਦੇ ਨਾਲ ਸਵੇਰ ਦੀਆਂ ਹੀ ਚਰਚਾਵਾਂ ਨੇ, ਜਾਂ ਆਪਾਂ ਕੱਲ ਤੋਂ ਕਹਿ ਲਈਏ, ਵੈਸੇ ਤਾਂ ਇਹ ਚਰਚਾਵਾਂ ਕਈ ਦਿਨਾਂ ਦੀਆਂ ਨੇ ਕਿ ਚੰਨੀ ਅਤੇ ਸਿੱਧੂ ਚੋਂ ਸੀਐਮ ਦਾ ਚਿਹਰਾ ਹੋਊਗਾ ਕੌਣ, ਪਰ ਅੱਜ ਸਵੇਰ ਤੋਂ ਚਰਚਾਵਾਂ ਇਹ ਚੱਲ ਪਈਆਂ ਕਿ ਭਾਈ ਚੰਨੀ ਦਾ ਨਾਮ ਹਾਈ ਕਮਾਨ ਨੇ ਫਾਈਨਲ ਕਰਤਾ ਹੈ ਤੇ ਕਿਸੇ ਵੀ ਵੇਲੇ ਜਿਹੜਾ ਚੰਨੀ ਨੂੰ ਸੀਐਮ ਚਿਹਰਾ ਐਲਾਨਿਆ ਜਾ ਸਕਦਾ ਹੈ। ਕਿੰਨੀ ਕੁ ਸੱਚਾਈ ਇਸ ਖਬਰ ਦੇ ਵਿੱਚ? ਸੁਖਵਿੰਦਰ ਜੀ, ਜਦੋਂ ਅਸੀਂ ਇਸ ਖਬਰ ਨੂੰ ਦੇਖਦੇ ਹਾਂ ਤਾਂ ਸਾਨੂੰ ਘੱਟੋ ਘੱਟ ਪਿਛਲਾ 1 ਸਾਲ ਦਾ ਪੀਰੀਅਡ ਜਿਹੜਾ ਹੈਗਾ ਪੰਜਾਬ ਦੀ ਪੋਲਿਟਿਕਸ ਦਾ, ਉਹ ਖਾਸ ਤੌਰ ਤੇ ਕਾਂਗਰਸ ਦੀ ਜਿਹੜੀ ਪੋਲਿਟਿਕਸ ਰਹੀ ਹੈ ਉਸ ਨੂੰ ਸਮਝਣਾ ਪਏਗਾ, ਔਰ ਹਾਈ ਕਮਾਂਡ ਦਾ ਜਿਸ ਕਿਸਮ ਦੇ ਨਾਲ ਉਹਦੇ ਵਿੱਚ ਦਖਲਅੰਦਾਜ਼ੀ ਰਹੀ ਹੈ ਉਹਨੂੰ ਵੀ ਨਾਲ ਸਮਝਣਾ ਪਏਗਾ। ਸੋ ਜਦੋਂ ਅਸੀਂ ਪਿਛਲਾ ਇਤਿਹਾਸ ਵੇਖਦੇ ਹਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਜਿਹੜੀ ਹੈਗੀ ਆ ਉਹਨਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਪਿਛਲੇ ਦਿਨਾਂ ਦੇ ਵਿੱਚ, ਔਰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਬਹੁਤ ਸਿਆਸੀ ਪਰਿਵਰਤਨ ਕਹਿ ਸਕਦੇ ਹਾਂ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸੱਤਾ ਤੋਂ ਉਤਾਰਿਆ ਜਾਂਦਾ ਹੈ। ਸੋ ਇਹ ਸਾਰੀਆਂ ਇੱਕ ਜਿਹੜੀਆਂ ਆਪਾਂ ਦੇਖਿਆ ਹੈ ਕਿ ਇੱਕ ਵੱਡੀ ਘਟਨਾ ਕਾਂਗਰਸ ਦੇ ਵਿੱਚ ਕਹਿ ਸਕਦੇ ਸੀਗੇ ਉਸ ਵੇਲੇ ਵਾਪਰੀ ਸੀਗੀ, ਔਰ ਉਹਦਾ ਵੱਡਾ ਕਾਰਨ ਸੀਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹਾਈ ਕਮਾਂਡ ਨੇ ਪੂਰੀ ਫੁੱਲ ਪਾਵਰ ਦਿੱਤੀ ਔਰ ਇਹੀ ਕਿਹਾ ਕਿ ਅਸੀਂ, ਸਾਡਾ ਜਿਹੜਾ ਖਾਸਮ ਖਾਸ ਬੰਦਾ ਹੋਏਗਾ ਉਹ ਨਵਜੋਤ ਸਿੰਘ ਸਿੱਧੂ ਹੋਣਗੇ। ਔਰ ਇਹੀ ਕਾਰਨ ਸੀਗਾ ਕਿ ਉਹਨਾਂ ਨੂੰ ਕਾਂਗਰਸ ਦੇ ਪ੍ਰਧਾਨ ਬਣਾਇਆ ਗਿਆ ਔਰ ਉਹਦੇ ਰਾਹੀਂ ਬਹੁਤ ਵੱਡੀਆਂ ਚੇਂਜਿਸ ਕੀਤੀਆਂ ਗਈਆਂ। ਔਰ ਦੂਜੇ ਪਾਸੇ ਜਦੋਂ ਅਸੀਂ ਚੰਨੀ ਸਾਹਿਬ ਨੂੰ ਵੇਖਦੇ ਹਾਂ ਤਾਂ ਚੰਨੀ ਸਾਹਿਬ ਕਿਉਂਕਿ ਬਹੁਤ ਨੇੜੇ ਸੀਗੇ ਰਾਹੁਲ ਜੀ ਦੇ ਜਾਂ ਹਾਈ ਕਮਾਂਡ ਦੇ, ਇਸ ਕਰਕੇ ਹਾਈ ਕਮਾਂਡ ਨੂੰ ਇਹ ਲੱਗਦਾ ਸੀਗਾ ਕਿ ਸਾਨੂੰ ਇਸ ਕਿਸਮ ਦਾ ਲੀਡਰ ਚਾਹੀਦਾ ਇਸ ਵੇਲੇ ਜਿਹੜਾ ਸਾਡਾ ਕਹਿਣਾ ਮੰਨ ਸਕੇ ਔਰ ਸਾਡੇ ਕੰਟਰੋਲ 'ਚ ਰਹੇ, ਔਰ ਜਦੋਂ ਵੀ ਅਸੀਂ ਮੌਕਾ ਮਿਲੇ ਸਾਨੂੰ, ਅਸੀਂ ਉਹਨੂੰ ਕੋਈ ਬਦਲ, ਜੇ ਸਾਨੂੰ ਚਾਹੀਏ ਤਾਂ ਅਸੀਂ ਬਦਲ ਵੀ ਸਕੀਏ। ਸੋ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਲੀਡਰ ਲਿਆਉਣ ਦੀ ਕੋਸ਼ਿਸ਼ ਕੀਤੀ। ਔਰ ਹੁਣ ਜਦੋਂ ਤੀਜੀ ਗੱਲ ਦੇਖਦੇ ਹਾਂ ਤਾਂ ਤੀਸਰੀ ਗੱਲ ਉੱਭਰ ਕੇ ਸਾਹਮਣੇ ਇਹ ਆਉਂਦੀ ਹੈ ਕਿ 24 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹ ਬਹੁਤ ਜ਼ਿਆਦਾ ਨੇੜੇ ਨੇ ਔਰ ਉਸ ਦੀ ਤਿਆਰੀ ਦੇ ਵਿੱਚ ਹਾਈ ਕਮਾਂਡ ਲੱਗੀ ਹੋਈ ਹੈ। ਔਰ ਉਹਨਾਂ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਲੀਡਰ ਉਹਨਾਂ ਨੂੰ ਚਾਹੀਦੇ ਨੇ, ਆਪਾਂ ਨੂੰ ਯਾਦ ਹੋਏਗਾ ਕਿ ਇੱਕ ਨਵੀਂ ਟੀਮ ਦੇ ਤੌਰ ਤੇ ਜੇ ਆਪਾਂ ਵੇਖੀਏ, ਕਿਉਂਕਿ ਨਵੀਂ ਟੀਮ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਿਹੜੀ ਪੁਰਾਣੀ ਟੀਮ ਸੀਗੀ ਕਾਂਗਰਸ ਦੀ, ਉਹ G23 ਦਾ ਆਪਾਂ ਸਾਰੇ ਜਾਣਦੇ ਆ ਕਿ ਉਹ ਪੁਰਾਣੇ ਜਿਹੜੇ ਲੋਕ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚੋਂ ਬਗਾਵਤੀ ਸੁਰਾਂ ਉੱਠਦੀਆਂ ਨਜ਼ਰ ਆ ਰਹੀਆਂ ਨੇ, ਪਹਿਲਾਂ ਵੀ ਉੱਠਦੀਆਂ ਰਹੀਆਂ ਨੇ, ਹੁਣ ਵੀ ਜਿਹੜੀਆਂ ਨੇ ਲੇਟੈਸਟ ਉਹ ਲਗਾਤਾਰ ਸੁਰਾਂ ਜਿਹੜੀਆਂ ਨੇ ਉੱਠਦੀਆਂ ਰਹੀਆਂ ਨੇ। ਉਹਦੇ ਕਰਕੇ
ਹਾਈ ਕਮਾਂਡ ਇੱਕ ਨਵੀਂ ਟੀਮ ਬਣਾਉਣਾ ਚਾਹੁੰਦੀ ਹੈ ਔਰ ਨਵੀਂ ਟੀਮ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਨੈਸ਼ਨਲ ਲੈਵਲ ਦੇ ਲੀਡਰ ਜਿਹੜੇ ਨੇ ਉਹ ਉੱਭਰ ਰਹੇ ਨੇ ਔਰ ਵੱਡਾ ਗੱਲ ਇਹੀ ਹੈ ਕਿਉਂਕਿ ਨਾਰਦਰਨ ਇੰਡੀਆ ਦੇ ਵਿੱਚ ਜਿਹੜਾ ਉੱਤਰੀ ਭਾਰਤ ਹੈ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡੇ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਏਗਾ ਔਰ ਕਿਉਂਕਿ ਯੂਪੀ ਵੀ ਉਹਦੇ ਵਿੱਚ ਸ਼ਾਮਲ ਹੈ, ਉਹਦੇ ਵਿੱਚ ਹਿਮਾਚਲ ਵੀ ਸ਼ਾਮਲ ਹੈ, ਉਹਦੇ ਵਿੱਚ ਰਾਜਸਥਾਨ ਵੀ ਸ਼ਾਮਲ ਹੈ ਔਰ ਉੱਤਰਾਖੰਡ ਵੀ ਸ਼ਾਮਲ ਹੈ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਐਸੇ ਚਿਹਰੇ ਦੇ ਤੌਰ ਤੇ ਉਭਾਰਨਾ ਚਾਹੁੰਦੀ ਹੈ ਹਾਈ ਕਮਾਂਡ ਤਾਂ ਕਿ ਅਗਲੀਆਂ ਚੋਣਾਂ ਇਹਨਾਂ ਦੇ ਨਾਲ ਰਲ ਕੇ ਜਿੱਤੀਆਂ ਜਾ ਸਕਣ। ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਰਾਹੁਲ ਜੀ ਪੰਜਾਬ ਦੇ ਵਿੱਚ ਆਏ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦਾ ਭਾਸ਼ਣ, ਉਹਦੇ ਵਿੱਚ ਇਹੀ ਸਪਸ਼ਟ ਸੀਗਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ। ਜੇਕਰ ਪੰਜਾਬ ਦਾ ਮਾਡਲ ਅੱਗੇ ਆਏਗਾ ਤਾਂ ਨੈਚੁਰਲੀ ਹੈ, ਕੁਦਰਤੀ ਤੌਰ ਤੇ ਨਵਜੋਤ ਸਿੰਘ ਸਿੱਧੂ ਉਸ ਮਾਡਲ ਨੂੰ ਬਣਾਉਣ ਵਾਲੇ ਉਹ ਵੀ ਅੱਗੇ ਆਉਣਗੇ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਹਾਈ ਕਮਾਂਡ ਦੀ ਇਸ ਵੇਲੇ ਲੋੜ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣ ਔਰ ਅਗਲਾ ਚਿਹਰਾ ਜਿਹੜਾ ਮੁੱਖ ਮੰਤਰੀ ਦਾ ਉਹਨਾਂ ਨੇ ਪੇਸ਼ ਕਰਨਾ ਹੈ ਔਰ ਬਹੁਤ ਛੇਤੀ ਅਨਾਉਂਸਮੈਂਟ ਹੋ ਸਕਦੀ ਹੈ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਚਿਹਰੇ ਦੀ ਹੋ ਸਕਦੀ ਹੈ। ਸੁਖਵਿੰਦਰ ਜੀ, ਲੋਕ ਡਾਕਟਰ ਸਾਹਿਬ ਇਸ ਤਰੀਕੇ ਦੇ ਨਾਲ ਵੀ ਸੋਚਦੇ ਆ ਕਿ ਭਾਈ ਜਿਵੇਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਰਾਹੁਲ ਗਾਂਧੀ ਹੋਰੀ ਪੰਜਾਬ ਆਏ ਤਾਂ ਪੰਜਾਬ ਆ ਕੇ ਰਾਹੁਲ ਗਾਂਧੀ ਹੋਰਾਂ ਨੇ ਜਿਸ ਤਰੀਕੇ ਦੀ ਸਪੀਚ ਦਿੱਤੀ ਤਾਂ ਉਸ ਸਪੀਚ ਦੇ ਵਿੱਚੋਂ ਸਾਫ਼ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਮਾਡਲ ਜਿਹੜਾ ਉਹ ਝਲਕ ਰਿਹਾ ਸੀ, ਜਿਸ ਤੋਂ ਸਾਫ਼ ਲੱਗ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੀ ਫਰੰਟ ਤੇ ਲਿਆ ਕੇ ਨਵਜੋਤ ਸਿੰਘ ਸਿੱਧੂ ਨੂੰ ਹੀ ਫਰੰਟ ਤੇ ਬੈਟਿੰਗ ਕਰਵਾਉਣਾ ਚਾਹੁੰਦੀ ਹੈ ਕਾਂਗਰਸ ਹਾਈਕਮਾਨ। ਪਰ ਹੁਣ ਕਿਆਸਰਾਈਆਂ ਇਹ ਵੀ ਚੱਲ ਪਈਆਂ ਕਿ ਜਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀਆਂ 2 ਵਿਧਾਨ ਸਭਾ ਚੋਣਾਂ ਤੋਂ ਚੋਣ ਲੜਾਈ ਜਾ ਰਹੀ ਹੈ, ਪਹਿਲੀ ਚਮਕੌਰ ਸਾਹਿਬ ਤੇ ਦੂਜੀ ਭਦੌੜ ਸੀਟ ਹੈ। ਬਹੁਤ ਸਾਰੇ ਲੋਕ ਡਾਕਟਰ ਸਾਹਿਬ ਇਸ ਤਰ੍ਹਾਂ ਵੀ ਸੋਚਦੇ ਨੇ ਜੋ ਕਿ ਅਸੀਂ ਵੀ ਸੋਚਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਭਦੌੜ ਤੋਂ ਇਸ ਲਈ ਲੜਾਇਆ ਗਿਆ ਕਿਉਂਕਿ ਭਦੌੜ ਦੀ ਨਾਲ ਲੱਗਦੀ ਸੀਟ ਧੂਰੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਚੋਣ ਲੜ ਰਹੇ ਨੇ, ਭਗਵੰਤ ਮਾਨ ਦੇ ਉਥੋਂ ਚੋਣ ਲੜਨ ਦੇ ਨਾਲ ਦੇ ਹਲਕਿਆਂ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਹਵਾ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ, ਜਿਸ ਦੀ ਕਾਟ ਕਰਨ ਦੇ ਲਈ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਉੱਥੇ ਖੜਾਇਆ ਗਿਆ, ਭਦੌੜ ਤੇ ਹੀ ਸੀਟ ਤੇ ਲੜਾਇਆ ਜਾ ਰਿਹਾ ਤਾਂ ਜੋ ਭਗਵੰਤ ਮਾਨ ਦੀ ਕਾਟ ਕੀਤੀ ਜਾ ਸਕੇ। ਪਰ ਇੱਥੇ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਨੇ, ਇਹ ਵੀ ਅਸੀਂ ਵੀ ਸੋਚਦੇ ਹਾਂ ਇਸ ਬਾਰੇ ਵੀ ਕਿ ਜੇ ਚਰਨਜੀਤ ਸਿੰਘ ਚੰਨੀ ਨੂੰ ਭਗਵੰਤ ਮਾਨ ਦੀ ਕਾਟ ਦੇ ਲਈ ਉੱਥੇ ਭੇਜਿਆ ਜਾਂਦਾ ਹੈ ਤਾਂ ਫਿਰ ਨਵਜੋਤ ਸਿੰਘ ਸਿੱਧੂ ਕਿਤੇ ਉਸ ਤੋਂ ਫੇਮਸ ਨੇ, ਲੋਕਾਂ ਦੇ ਵਿੱਚ ਆਧਾਰ ਵੀ ਰੱਖਦੇ ਨੇ। ਚਰਨਜੀਤ ਸਿੰਘ ਚੰਨੀ ਤੋਂ ਜ਼ਿਆਦਾ ਜਿਹੜਾ ਆਧਾਰ ਮੇਰੇ ਖਿਆਲ 'ਚ ਜੇ ਆਪਾਂ ਕਹਿ ਦਈਏ ਅੱਜ ਕੱਲ੍ਹ ਹੈਗਾ ਨਵਜੋਤ ਸਿੰਘ ਸਿੱਧੂ ਇੱਕ ਅਜਿਹੀ ਸ਼ਖਸੀਅਤ ਵੀ ਨੇ ਕਿ ਹਰ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਭਾਸ਼ਣ ਦੇ ਨਾਲ ਕੀਲ ਵੀ ਸਕਦੇ ਨੇ। ਤੇ ਜੇ ਇਦਾਂ ਦੀ ਹੀ ਗੱਲ ਹੁੰਦੀ ਸਿਰਫ ਕਾਟ ਵਾਲੀ ਤਾਂ ਹੋ ਸਕਦਾ ਕਿ ਕਿਸੇ ਧੂਰੀ ਦੇ ਨਾਲ ਦੇ ਜਨਰਲ ਇਲਾਕੇ ਦੇ ਵਿੱਚੋਂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਖੜਾ ਦਿੱਤਾ ਜਾਂਦਾ ਕਾਟ ਕਰਨ ਵਾਸਤੇ ਤਾਂ ਮੇਰੇ ਖਿਆਲ 'ਚ ਵੀ ਇਦੋਂ ਵੀ ਤਕੜੀ ਕਾਟ ਹੋ ਜਾਣੀ ਸੀ ਭਗਵੰਤ ਮਾਨ ਦੀ। ਪਰ ਲੋਕ ਇਹ ਗੱਲ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ 2 ਸੀਟਾਂ ਤੋਂ ਚੋਣ ਲੜਾਉਣੀ ਸਾਫ਼ ਹੈ ਕਿ ਸੀਐਮ ਚਿਹਰਾ ਐਲਾਨਿਆ ਜਾਊਗਾ। ਕਿ ਇਸ ਤਰਕਾਂ ਨੂੰ ਮੰਨੀਏ ਜੇ ਲੋਕਾਂ ਦੇ ਕਿ ਵਾਕਈ ਇਹ ਤਰਕ ਸਹੀ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਜੇਕਰ 2 ਸੀਟਾਂ ਤੋਂ ਚੋਣ ਲੜਾਈ ਜਾ ਰਹੀ ਹੈ ਤਾਂ ਇਹਦਾ ਮਤਲਬ ਸੀਐਮ ਚਿਹਰਾ ਹੋਣਗੇ। ਸੁਖਵਿੰਦਰ ਜੀ ਦੇਖੋ, ਚਰਨਜੀਤ ਚੰਨੀ ਹੋਰਾਂ ਨੂੰ 2 ਇਲਾਕਿਆਂ ਤੋਂ ਸੀਟ ਇਸ ਲਈ ਨਹੀਂ ਲੜਾਈ ਜਾ ਰਹੀ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਤੇ ਤੌਰ ਤੇ ਉਹਨਾਂ ਨੂੰ ਪੇਸ਼ ਕੀਤਾ ਜਾਏਗਾ, ਇਹ ਗੱਲ ਨਹੀਂ ਹੈ। ਬੁਨਿਆਦੀ ਗੱਲ ਸਾਨੂੰ ਥੋੜਾ ਜਿਹਾ ਫੇਰ ਪਿੱਛੇ ਜਾਣਾ ਪਏਗਾ ਕਿ ਲਗਭਗ 3 ਮਹੀਨਿਆਂ ਦਾ ਜਿਹੜਾ ਉਹਨਾਂ ਦਾ ਕਾਰਜਕਾਲ ਹੈ ਚੰਨੀ ਸਾਹਿਬ ਦਾ, ਉਹਦੇ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੁੰਦੇ ਨਜ਼ਰ ਆਏ ਨੇ। ਤੁਸੀਂ ਦੇਖੋਗੇ ਕਿ ਕਿਸਾਨਾਂ ਦੇ ਮੁੱਦੇ ਉਸੇ ਤਰ੍ਹਾਂ ਖੜੇ ਨੇ, ਉਹਦੇ ਵਿੱਚ ਕੋਈ ਪਰਿਵਰਤਨ ਨਹੀਂ ਆਇਆ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਕਾਂਗਰਸ ਨੇ ਵੱਡੇ ਵਾਅਦੇ ਕੀਤੇ ਸੀਗੇ, ਖਾਸ ਤੌਰ ਤੇ ਜਿਹੜਾ 18 ਨੁਕਾਤੀ ਪ੍ਰੋਗਰਾਮ ਸੀਗਾ ਉਹਨੂੰ ਉਹਨਾਂ ਨੇ ਕਿਹਾ ਸੀਗਾ, ਪਹਿਲਾਂ ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਇਹਨੂੰ ਲਾਗੂ ਕਰਨਗੇ, ਫਿਰ ਕਿਹਾ ਕਿ ਚੰਨੀ ਸਾਹਿਬ ਨੂੰ ਲਾਗੂ ਕਰਨਗੇ, ਪਰ ਉਹ ਕਿਤੇ ਪ੍ਰੈਕਟੀਕਲੀ ਤੌਰ ਤੇ ਜ਼ਮੀਨੀ ਪੱਧਰ ਦੇ ਉੱਤੇ ਉਹ ਲਾਗੂ ਹੁੰਦੇ ਨਜ਼ਰ ਨਹੀਂ ਆਏ, ਜਿਹਦਾ ਨਤੀਜਾ ਕੀ ਨਿਕਲ ਗਿਆ ਕਿ ਲੋਕਾਂ ਦੇ ਵਿੱਚ ਰੋਸ਼ ਜਿਹੜਾ ਸੀਗਾ ਲਗਾਤਾਰ ਚੰਨੀ ਪ੍ਰਤੀ ਵੱਧਦਾ ਰਿਹਾ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਲਗਭਗ 3 ਮਹੀਨੇ ਨੇ ਪਿਛਲੇ, ਉਹਦੇ ਵਿੱਚ ਚਾਹੇ ਉਹ ਅਧਿਆਪਕ ਸਾਹਿਬਾਨ ਹੋਣ, ਚਾਹੇ ਮੁਲਾਜ਼ਮ ਹੋਣ ਜਾਂ ਕੋਈ ਹੋਰ ਹੋਣ, ਇੱਥੋਂ ਤੱਕ ਕਿ ਕਿਸਾਨ ਹੋਣ, ਉਹਨਾਂ ਨੇ ਲਗਾਤਾਰ ਚੰਨੀ ਸਾਹਿਬ ਦਾ ਵਿਰੋਧ ਕੀਤਾ ਹੈ ਔਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਹੈ। ਔਰ ਜਿਹਦੇ ਕਰਕੇ ਉੱਤੋਂ ਕੀ ਹੋ ਗਿਆ ਕਿ ਸੋਨੇ ਤੇ ਸੁਹਾਗਾ ਇਹਨੂੰ ਕਹਿ ਸਕਦੇ ਹਾਂ ਕਿ ਚੰਨੀ ਸਾਹਿਬ ਦਾ ਇੱਕ ਮਾੜਾ ਜਿਹੜਾ ਹੈਗਾ ਉਹਨਾਂ ਦੇ ਸ਼ਾਸਨ ਦਾ ਪੱਖ ਇਹ ਰਿਹਾ
ਕਿ ਜਿਹੜੇ ਉਹਨਾਂ ਦੇ ਈਡੀ ਵੱਲੋਂ ਉਹਨਾਂ ਉੱਤੇ ਦੋਸ਼ ਲੱਗੇ ਔਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਰਾਹੀਂ ਜਿਹੜਾ ਹੈਗਾ ਕਰੋੜਾਂ ਰੁਪਈਆ ਸਾਹਮਣੇ ਆਇਆ ਔਰ ਇੱਕ ਉਹਨਾਂ ਦੀ ਜਿਹੜੀ ਛਵੀ ਇੱਕ ਚੰਗੇ ਲੀਡਰ ਦੇ ਤੌਰ ਤੇ ਬਣ ਰਹੀ ਸੀਗੀ, ਉਹ ਨੀਚੇ ਹੁੰਦੀ, ਉਹਦਾ ਗ੍ਰਾਫ ਗਿਰਦਾ ਨਜ਼ਰ ਆਇਆ ਔਰ ਉਹਦਾ ਨਤੀਜਾ ਕਿ ਚਮਕੌਰ ਸਾਹਿਬ ਵਾਲੀ ਸੀਟ ਤੋਂ ਉਹਨਾਂ ਨੂੰ ਕਿਤੇ ਨਾ ਕਿਤੇ ਭੁਲੇਖਾ ਪਿਆ ਕਿ ਮੇਰੀ ਸੀਟ ਜਿਹੜੀ ਹੈਗੀ ਹੈ ਉਸ ਕੇਸ ਤੋਂ ਬਾਅਦ, ਈਡੀ ਵਾਲੇ ਕੇਸ ਤੋਂ ਬਾਅਦ ਜਿਹੜੀ ਹੈਗੀ ਹੈ ਖਿਸਕ ਸਕਦੀ ਹੈ, ਜਾ ਸਕਦੀ ਹੈ। ਸੋ ਉਸ ਸੀਟ ਨੂੰ ਤੋਂ ਖਹਿੜਾ ਛੁਡਾਉਣ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਪਿਰਮਲ ਸਿੰਘ ਖਾਲਸਾ ਦੀ ਬਲੀ ਦਿੱਤੀ, ਕਿਉਂਕਿ ਪਿਰਮਲ ਸਿੰਘ ਖਾਲਸਾ ਇੱਕ ਕਮਜ਼ੋਰ ਕੜੀ ਸੀਗੇ ਔਰ ਆਪਾਂ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਚੋਂ ਆਏ ਹੋਏ ਸੀਗੇ, ਉਹਨਾਂ ਨੂੰ ਉਤਾਰਨਾ ਬਹੁਤ ਸੌਖਾ ਸੀਗਾ। ਨਹੀਂ ਤਾਂ ਜੇ ਆਪਣੇ ਬੰਦੇ ਹੁੰਦੇ, ਕਾਂਗਰਸੀ ਹੁੰਦੇ, ਟਕਸਾਲੀ ਕਾਂਗਰਸੀ ਹੁੰਦੇ, ਉਹਨਾਂ ਨੇ ਜ਼ਿਆਦਾ ਜਿਹੜਾ ਹੈਗਾ ਬਗਾਵਤ ਕਰ ਦੇਣੀ ਸੀਗੀ, ਪਰ ਪਿਰਮਲ ਸਿੰਘ ਖਾਲਸਾ ਉੱਥੇ ਕੋਈ ਬਗਾਵਤ ਨਹੀਂ ਸੀ ਹੋ ਸਕਣੀ। ਸੋ ਇਸ ਕਰਕੇ ਪਿਰਮਲ ਸਿੰਘ ਖਾਲਸਾ ਦੀ ਉਹਨਾਂ ਨੇ ਬਲੀ ਦਿੱਤੀ ਔਰ ਆਪਣੀ ਸੀਟ ਘੱਟੋ ਘੱਟ ਮਾਲਵੇ ਚੋਂ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਰਿਜ਼ਰਵ ਸੀਟ ਹੈ, ਉੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਜਿੱਤ ਜਾਊਂਗਾ। ਸੋ ਕਹਿਣ ਦਾ ਮਤਲਬ ਹੈ ਕਿ ਆਪਣੀ ਉਹਨਾਂ ਨੇ ਸੀਟ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਹਾਈ ਕਮਾਂਡ ਦੇ ਉੱਤੇ ਪ੍ਰੈਸ਼ਰ ਬਣਾ ਕੇ 2 ਸੀਟਾਂ ਉਹਨਾਂ ਨੇ ਲਈਆਂ ਨੇ ਔਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਮਾਲਵੇ ਦੇ ਵਿੱਚ ਉਹ ਸੀਟ ਜਿੱਤ ਸਕਣ। ਆਪਣੀ ਚਮਕੌਰ ਸਾਹਿਬ ਵਾਲੀ ਜਿਹੜੀ ਸੀਟ ਹੈ ਉਹ ਹਾਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਇਹੀ ਕਾਰਨ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਤਾਂ ਪਤਾ ਹੈ ਜਿਹੜੇ ਕਾਂਗਰਸ ਦੇ, ਚਾਹੇ ਉਹ ਵਿਧਾਇਕ ਹੋਣ ਚਾਹੇ ਉਹ ਮੰਤਰੀ ਹੋਣ, ਉਹ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਬੋਲਦੇ ਨਜ਼ਰ ਆ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਹੀ ਸੀਐਮ ਚਿਹਰਾ ਹੋਣੇ ਚਾਹੀਦੇ ਨੇ। ਇਹ ਤਾਂ ਸਾਫ਼ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਉਹ ਸੀਐਮ ਚਿਹਰਾ ਕਿਉਂ ਮੰਗ ਰਹੇ ਨੇ, ਕਿਉਂਕਿ ਚਰਨਜੀਤ ਸਿੰਘ ਚੰਨੀ ਤੋਂ ਉਹਨਾਂ ਨੂੰ ਐਂ ਲੱਗਦਾ ਹੈ ਕਿ ਚਰਨਜੀਤ ਸਿੰਘ ਚੰਨੀ ਸਾਡੀ ਮੰਨ ਲੂਗਾ, ਚਰਨਜੀਤ ਸਿੰਘ ਚੰਨੀ ਇੱਕ ਸੌਫਟ ਚਿਹਰਾ ਹੈ, ਚਰਨਜੀਤ ਸਿੰਘ ਚੰਨੀ ਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਵੀ ਚਲਵਾ ਸਕਦੇ ਹਾਂ। ਪਰ ਨਵਜੋਤ ਸਿੰਘ ਸਿੱਧੂ ਜੇ ਅੱਗੇ ਆ ਜਾਂਦਾ ਤਾਂ ਸਾਡੇ ਠੇਕੇ ਨਹੀਂ ਚੱਲਣੇ, ਸਾਡੇ ਰੇਤ ਦੀਆਂ ਖੱਡਾਂ ਨਹੀਂ ਚੱਲਣੀਆਂ, ਸਾਡੇ ਵੱਖ-ਵੱਖ ਤਰ੍ਹਾਂ ਦੇ ਮਾਫੀਏ ਨਹੀਂ ਚੱਲਣੇ। ਤਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਿਆਉਣ ਦੇ ਲਈ ਕਾਂਗਰਸੀ ਮੰਤਰੀ ਜਾਂ ਕਾਂਗਰਸੀ ਵਿਧਾਇਕ ਹਾਮੀ ਭਰਦੇ ਨਜ਼ਰ ਨਹੀਂ ਆ ਰਹੇ। ਪਰ ਜੇ ਆਪਾਂ ਨਿਰਪੱਖ ਗੱਲ ਕਰੀਏ, ਆਪਾਂ ਮੰਤਰੀ ਤੇ ਵਿਧਾਇਕਾਂ ਦੀ ਗੱਲ ਛੱਡ ਦਈਏ, ਤਾਂ ਪੰਜਾਬ ਦੇ ਲੋਕ ਕਿਹਨੂੰ ਚਾਹੁੰਦੇ ਨੇ ਕਿ ਕੌਣ ਸੀਐਮ ਚਿਹਰਾ ਹੋਣਾ ਚਾਹੀਦਾ ਹੈ ਤੇ ਹਾਈ ਕਮਾਨ ਨੂੰ ਪੰਜਾਬ ਦੇ ਵਿੱਚ ਕਿਹੜਾ ਚਿਹਰਾ ਸੀਐਮ ਦਾ ਐਲਾਨਣ ਤੇ ਵੱਡਾ ਫਾਇਦਾ ਹੋਊਗਾ, ਚਾਹੇ ਉਹ ਪੰਜਾਬ ਲੈਵਲ ਤੇ ਹੋਵੇ ਚਾਹੇ ਉਹ ਨੈਸ਼ਨਲ ਲੈਵਲ ਤੇ ਹੋਵੇ। ਜੀ ਸੁਖਵਿੰਦਰ ਜੀ, ਦੇਖੋ ਕਿ ਇਹਦੇ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ ਹਾਈ ਕਮਾਂਡ ਨੂੰ ਇੱਕ ਸੋਲਿਡ ਚਿਹਰਾ ਚਾਹੀਦਾ ਹੈ ਪੰਜਾਬ ਦੇ ਵਿੱਚ। ਸੋਲਿਡ ਦਾ ਮਤਲਬ ਇਹੀ ਹੈ ਕਿ ਜਿਹੜਾ ਵੱਡੇ ਫੈਸਲੇ ਲੈ ਸਕੇ, ਪੰਜਾਬ ਦੀ ਇਕਨੋਮੀ ਨੂੰ ਠੀਕ ਕਰ ਸਕੇ। ਪੰਜਾਬ ਦੇ ਵਿੱਚ ਜਿਹੜਾ ਵੀ ਪਿਛਲੇ ਦਿਨਾਂ ਦੇ ਵਿੱਚ ਖੱਪੇ ਪੈ ਗਏ, ਖਾਸ ਤੌਰ ਤੇ ਕਾਂਗਰਸ ਦੇ ਰਜੀਮ ਦੇ ਵਿੱਚ, ਜਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦਾ ਜਿਹੜਾ ਦੌਰ ਰਿਹਾ, ਉਹਨਾਂ ਦਾ ਕਾਰਜਕਾਲ ਰਿਹਾ, ਉਸ ਦੇ ਵਿੱਚ ਜਿਹੜਾ ਘਾਟਾ ਉਹਨਾਂ ਨੂੰ ਪਿਆ ਉਸ ਨੂੰ ਪੂਰਾ ਕਰਨ ਦੇ ਲਈ ਵੱਡੇ ਫੈਸਲੇ ਲੈਣ ਦੀ ਲੋੜ ਹੈ। ਔਰ ਉਹ ਫੈਸਲੇ ਕੌਣ ਲੈ ਸਕਦਾ ਹੈ? ਉਹ ਫੈਸਲੇ ਇੱਕੋ ਇੱਕ ਸ਼ਖਸ ਹੈ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦੇ ਰਾਹੀਂ ਉਹ ਕਰ ਸਕਦੇ ਨੇ ਇਸ ਗੱਲ ਨੂੰ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਉਹ ਹਰ ਹਾਲਤ ਦੇ ਵਿੱਚ ਅੱਗੇ ਲਿਆਉਣਾ ਚਾਹਣਗੇ, ਕਿਉਂਕਿ ਚੰਨੀ ਸਾਹਿਬ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਚੰਨੀ ਸਾਹਿਬ ਬਾਰੇ ਜਿਸ ਕਿਸਮ ਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਉਹ ਬਣ ਗਿਆ ਸਾਰਾ ਕੁਝ, ਔਰ ਹਾਈ ਕਮਾਂਡ ਇਸ ਗੱਲ ਨੂੰ ਸਮਝ ਰਹੀ ਹੈ, ਹਾਈ ਕਮਾਂਡ ਇਸ ਗੱਲ ਬਾਰੇ ਜਾਣਦੀ ਹੈ ਕਿ ਚੰਨੀ ਸਾਹਿਬ ਇੱਕ ਕਾਂਗਰਸ ਦੀ ਕਮਜ਼ੋਰ ਕੜੀ ਨੇ। ਕਮਜ਼ੋਰ ਕੜੀ ਦਾ ਮਤਲਬ ਇਹੀ ਹੈ ਕਿ ਹਰ ਕੋਈ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਏਗਾ, ਹਰ ਕੋਈ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਕਰੇਗਾ ਔਰ ਉਹਨਾਂ ਦਾ ਕਹਿਣੇ ਦੇ ਵਿੱਚ ਨਹੀਂ ਰਹੇਗਾ। ਸੋ ਜੇਕਰ ਉਹਨਾਂ ਨੂੰ ਸੱਤਾ ਸੌਂਪਦੇ ਨੇ ਤਾਂ ਬਹੁਤ ਔਖਾ ਹੋ ਜਾਏਗਾ ਕਾਂਗਰਸ ਦੇ ਲਈ 5 ਸਾਲ ਕੱਟਣੇ। ਸੋ ਇਸੇ ਕਰਕੇ ਉਹਨਾਂ ਨੂੰ ਇੱਕ ਐਸੇ ਮਜ਼ਬੂਤ ਚਿਹਰੇ ਦੀ ਲੋੜ ਹੈ ਜਿਹੜੇ ਵੱਡੇ ਫੈਸਲੇ ਲੈ ਸਕੇ, ਪੰਜਾਬ ਦੇ ਪੱਖ ਦੀ ਕੋਈ ਗੱਲ ਕਰ ਸਕੇ ਔਰ ਪੰਜਾਬ ਦੇ ਲੋਕਾਂ ਦੇ ਜਾਂ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਲਿਆ ਕੇ ਉਹਨਾਂ ਦਾ ਕੋਈ ਹੱਲ ਕੱਢ ਸਕੇ। ਇਸ ਕਰਕੇ ਕਦੇ ਵੀ ਉਹ ਚੰਨੀ ਸਾਹਿਬ ਦੇ ਉੱਤੇ ਏਦਾਂ ਦੇ ਰਿਸਕ ਲੈਣ ਦੀ ਕੋਸ਼ਿਸ਼ ਨਹੀਂ ਕਰਨਗੇ, ਕਿਉਂਕਿ ਚੰਨੀ ਸਾਹਿਬ ਦਾ ਜਿਹੜਾ ਦੌਰ ਸੀਗਾ ਉਹ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਕਿਵੇਂ ਨਾ ਕਿਵੇਂ ਕੱਢਿਆ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਅਗਲੇ 5 ਸਾਲ ਚੰਨੀ ਸਾਹਿਬ ਨੂੰ ਦੇ ਕੇ ਜਿਹੜਾ ਹੈਗਾ ਆਪਣੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇਗੀ ਕਾਂਗਰਸ। ਸੋ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਵੱਡੇ ਚਿਹਰੇ ਦੇ ਤੌਰ ਤੇ, ਯਾਨੀ ਕਿ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਪੇਸ਼ ਕਰਨ ਦੀ ਉਹਨਾਂ ਦੀ ਮਜਬੂਰੀ ਵੀ ਹੈ ਔਰ ਉਹਨਾਂ ਦੀ ਲੋੜ ਵੀ ਹੈ। ਔਰ ਉਮੀਦ ਹੈ ਕਿ ਇਹ ਕੰਮ ਜਿਹੜਾ ਹੈਗਾ ਅਗਲੇ ਦਿਨਾਂ ਬਹੁਤ ਛੇਤੀ ਜਿਹੜਾ ਹੈਗਾ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਸਰ, ਟਿਕਟਾਂ ਦੀ ਵੰਡ ਨੂੰ ਲੈ ਕੇ ਬਗਾਵਤ ਬੜੇ ਵੱਡੇ ਪੱਧਰ ਤੇ ਜਿਹੜੀ ਹੈ ਹੋ ਰਹੀ ਹੈ।
ਕਾਂਗਰਸ ਦੇ ਅੰਦਰ ਕੀ ਲੱਗਦਾ ਹੈ ਕਿ ਕਾਂਗਰਸ ਆਪਣੀ ਇਸ ਬਗਾਵਤ ਨੂੰ ਰੋਕ ਪਾਏਗੀ? ਕੀ ਲੱਗਦਾ ਹੈ ਕਿ ਜੇ ਇਹ ਬਗਾਵਤ ਨਹੀਂ ਰੁਕਦੀ ਤਾਂ 2012 ਦੀ ਤਰ੍ਹਾਂ ਜਿਵੇਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਨਹੀਂ ਹਰਾਇਆ, ਸਗੋਂ ਦੀ ਕਾਂਗਰਸੀਆਂ ਨੇ ਹੀ ਕਾਂਗਰਸੀਆਂ ਨੂੰ ਹਰਾਤਾ, ਕਿ ਇਦਾਂ ਤਾਂ ਨਹੀਂ ਹੋਊਗਾ ਕਿ ਕਾਂਗਰਸੀ ਹੀ 2012 ਦੀ ਤਰ੍ਹਾਂ ਕਾਂਗਰਸ ਨੂੰ ਹਰਾ ਦੇਣਗੇ? ਸੁਖਵਿੰਦਰ ਜੀ, ਇਹਦਾ ਜਵਾਬ ਵੀ ਜਿਹੜੇ ਪਿਛਲੇ ਜਵਾਬ ਦੇ ਨਾਲ ਹੀ ਜੁੜਿਆ ਹੋਇਆ। ਜੇਕਰ ਤੁਹਾਡੇ ਕੋਲੇ ਕੋਈ ਵੱਡਾ ਚਿਹਰਾ ਹੋਏਗਾ, ਜੇਕਰ ਤੁਹਾਡੇ ਕੋਲੇ ਕੋਈ ਜਿਹੜਾ ਵੱਡੇ ਫੈਸਲੇ ਲੈਣ ਵਾਲਾ ਚਿਹਰਾ ਹੋਏਗਾ, ਤਾਂ ਇਸ ਬਗਾਵਤ ਨੂੰ ਉਹ ਕਿਵੇਂ ਨਾ ਕਿਵੇਂ ਕੰਟਰੋਲ ਕਰ ਲੇਗਾ। ਮੰਨ ਲਓ ਜੇਕਰ ਤੁਹਾਡੇ ਚਿਹਰਾ ਨਵਜੋਤ ਸਿੰਘ ਸਿੱਧੂ ਬਣਦੇ ਨੇ, ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਇੰਨਾ ਦਬਦਬਾ ਹੈ, ਉਹਨਾਂ ਦਾ ਇੰਨਾ ਕੰਟਰੋਲ ਹੈ, ਐਜ਼ ਏ ਪ੍ਰਧਾਨਗੀ ਤੌਰ ਤੇ ਆਪਾਂ ਨੇ ਦੇਖਿਆ ਹੈ, ਤਾਂ ਉਹ ਇਸ ਬਗਾਵਤ ਨੂੰ ਕਿਵੇਂ ਨਾ ਕਿਵੇਂ ਟੈਕਲ ਕਰ ਲੈਣਗੇ। ਪਰ ਜੇਕਰ ਚਿਹਰਾ ਕਮਜ਼ੋਰ ਦਓਗੇ, ਤੁਸੀਂ ਚਿਹਰਾ ਚੰਨੀ ਸਾਹਿਬ ਵਰਗਾ ਦਓਗੇ, ਤਾਂ ਇਹਦੇ ਨਾਲ ਬਗਾਵਤ ਜਿਹੜੀ ਹੈਗੀ ਹੈ ਹੋਰ ਵਧੇਗੀ। ਔਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਕੰਟਰੋਲ ਨਹੀਂ ਹੁੰਦੀਆਂ ਤਾਂ ਲਾਜ਼ਮੀ ਤੌਰ ਤੇ 12 ਵਾਲੇ ਹਾਲਾਤ ਵੀ ਹੋ ਸਕਦੇ ਨੇ। ਉਹ ਤਾਂ ਹੋਣਗੇ ਕਿ ਜੇਕਰ ਚਿਹਰਾ ਜਿਹੜਾ ਹੈਗਾ ਤੁਸੀਂ ਕਮਜ਼ੋਰ ਚਿਹਰਾ ਦਓਗੇ। ਸੋ ਇਸ ਕਰਕੇ ਉਮੀਦ ਹੈ ਕਿ ਜੇਕਰ ਹਾਈ ਕਮਾਂਡ ਇਸ ਬਗਾਵਤ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਔਰ ਪੰਜਾਬ ਨੂੰ ਦੁਬਾਰਾ ਨਵੇਂ ਸਿਰੇ ਤੋਂ ਉੱਥੇ ਆਪਣੀ ਸੱਤਾ ਕਾਇਮ ਕਰਨਾ ਚਾਹੁੰਦੀ ਹੈ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਵਰਗਾ ਚਿਹਰਾ ਜਿਹੜਾ ਹੈਗਾ ਅੱਗੇ ਲਿਆਉਣਾ ਪਏਗਾ, ਤਾਂ ਕਿ ਇਦਾਂ ਦੀਆਂ ਜਿਹੜੀਆਂ ਥੋੜੀਆਂ ਮੋਟੀਆਂ ਬਗਾਵਤਾਂ ਉੱਠਦੀਆਂ ਨੇ, ਕਿਉਂਕਿ ਇਹ ਉੱਠਣੀਆਂ ਹੁੰਦੀਆਂ ਨੇ, ਹਰ ਪਾਰਟੀ ਦੇ ਵਿੱਚ ਉੱਠਦੀਆਂ ਨੇ। ਕੋਈ ਇਹ ਤਾਂ ਹੈ ਨਹੀਂ ਕਿ ਪਹਿਲੇ ਵਾਰੀ ਉੱਠਦੀਆਂ ਨੇ, 17 ਦੇ ਵਿੱਚ ਵੀ ਉੱਠੀਆਂ ਔਰ 12 ਦੇ ਵਿੱਚ ਵੀ ਉੱਠੀਆਂ, ਉਸ ਤੋਂ ਪਹਿਲਾਂ ਵੀ ਉੱਠਦੀਆਂ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉੱਠਦੀਆਂ ਰਹਿਣਗੀਆਂ। ਪਰ ਇਹਨਾਂ ਬਗਾਵਤਾਂ ਨੂੰ ਤਾਂ ਹੀ ਤੁਸੀਂ ਦਬਾ ਸਕਦੇ ਹੋ, ਤਾਂ ਹੀ ਤੁਸੀਂ ਕੰਟਰੋਲ ਕਰ ਸਕਦੇ ਹੋ, ਜੇਕਰ ਤੁਹਾਡੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹਦੇ ਕੋਲੇ ਇਦਾਂ ਦੀ ਟੈਕਟੀਕਲ ਚੀਜ਼ਾਂ ਹੈਗੀਆਂ ਨੇ, ਤਾਂ ਕਿ ਤੁਸੀਂ ਉਸ ਬਗਾਵਤ ਨੂੰ ਦਬਾ ਸਕੋ, ਉਹਨਾਂ ਨੂੰ ਸੈਟੀਸਫਾਈ ਕਰ ਸਕੋ, ਉਹਨਾਂ ਨੂੰ ਕੋਈ ਹੋਰ ਥੋੜਾ ਬਹੁਤ ਜਿਹੜਾ ਹੈਗਾ ਲਾਲਚ ਦੇ ਕੇ ਜਾਂ ਕਿਵੇਂ ਨਾ ਕਿਵੇਂ ਉਹਨਾਂ ਬਗਾਵਤਾਂ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਸੋ ਜੇ ਇਹ ਹੁਣ ਡਿਪੈਂਡ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿੱਦਾਂ ਦਾ ਚਿਹਰਾ ਜਿਹੜਾ ਹੈਗਾ ਐਜ਼ ਏ ਮੁੱਖ ਮੰਤਰੀ ਦਾ ਚਿਹਰਾ ਦਿੰਦੇ ਹੋ, ਔਰ ਉਸ ਚਿਹਰੇ ਦੀ ਫਿਰ ਜ਼ਿੰਮੇਵਾਰੀ ਬਣੇਗੀ ਕਿ ਉਹ ਜਿੰਨੀਆਂ ਵੀ ਬਗਾਵਤੀ ਸੁਰਾਂ ਉੱਠ ਰਹੀਆਂ ਨੇ ਉਹਨੂੰ ਫਿਰ ਆਪਣੇ ਤੌਰ ਤੇ ਉਹ ਟੈਕਲ ਕਰੇਗਾ। ਸੁਖਵਿੰਦਰ ਜੀ, ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਬਿਲਕੁਲ ਸੱਚ, ਜੋਤਿਸ਼ਿਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ, ਫ੍ਰੀ ਸਮਾਧਾਨ। 99 968 26 004।